जिंदगी आसान नहीं, खुद को मजबूत बनाना पड़ता है। सही समा कभी नहीं होता, समय को सही बनाना पड़ता है। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੀ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੀਤ ਦੇ ਨਾਲ। ਵਿਚਾਰਨ ਦੀ ਗੱਲ ਦੋਸਤੋ, ਚੜ੍ਹਦੇ ਪੰਜਾਬ ਵਿੱਚ ਜੋ ਇਸ ਵੇਲੇ ਬਦਲਾਅ ਆਏ ਨੇ ਪਿਛਲੇ ਹਫ਼ਤੇ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਕਾਂਗਰਸ ਵੱਲੋਂ। ਉਹਨਾਂ ਨੂੰ ਇੱਕ ਸ਼ਬਦ ਯੂਜ਼ ਕਰਕੇ ਕਿ ਇਹ ਫਲਾਨੀ ਜਾਤ ਦੇ ਨੇ, ਕਾਸਟ ਦੇ ਨੇ, ਉਹ ਕਰਕੇ ਜੋ ਪੋਲੀਟੀਸਾਈਜ਼ ਕੀਤਾ ਜਾ ਰਿਹਾ ਹੈ, ਬਿਲਕੁਲ ਗਲਤ ਗੱਲ ਹੈ। ਇਸ ਤਰ੍ਹਾਂ ਕਿਸੇ ਵੀ ਪਾਰਟੀ ਨੂੰ ਇਹ ਪ੍ਰੋਜੈਕਟ ਨਹੀਂ ਕਰਨਾ ਚਾਹੀਦਾ। ਇਸ ਦੇ ਉੱਤੇ ਕੁਝ ਲੀਗਲ ਆਬਜੈਕਸ਼ਨਸ ਵੀ ਉਠਾਏ ਗਏ ਨੇ ਔਰ ਉਹ ਉੱਤਰੀ ਭਾਰਤ ਦੇ ਚਰਨਜੀਤ ਸਿੰਘ ਚੰਨੀ ਹੋਰੀ ਸਭ ਤੋਂ ਵੱਧ ਪੜ੍ਹੇ ਲਿਖੇ ਮੁੱਖ ਮੰਤਰੀ ਨੇ। ਹੁਣ ਦੇਖੋ, ਕੈਪਟਨ ਸਾਹਿਬ ਨੂੰ ਉਤਾਰ ਦਿੱਤਾ ਗਿਆ ਹੈ ਗੱਦੀ ਤੋਂ। ਕੈਪਟਨ ਸਾਹਿਬ ਨਾਰਾਜ਼ ਹੋ ਰਹੇ ਨੇ। ਜਦ 4.5 ਸਾਲ ਤੁਸੀਂ ਕੁਝ ਕੀਤਾ ਨਹੀਂ ਕੈਪਟਨ ਸਾਹਿਬ, ਤੇ ਨਾਰਾਜ਼ਗੀ ਤੁਹਾਨੂੰ ਨਹੀਂ ਜ਼ਾਹਰ ਕਰਨੀ ਚਾਹੀਦੀ। ਜੋ ਵਾਅਦੇ ਤੁਸੀਂ ਕੀਤੇ ਸੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੁਸੀਂ ਕਿਹਾ ਸੀ ਕਿ ਮੈਂ ਆਹ ਚੀਜ਼ਾਂ ਲੋਕਾਂ ਲਈ ਕਰਕੇ ਦਿਆਂਗਾ, ਉਹ ਨਹੀਂ ਕੀਤੀਆਂ। ਤੇ ਇਹਦੇ ਵਿੱਚ ਹੁਣ ਗਲਤ ਗੱਲ ਕੀ ਹੈ? ਤੁਸੀਂ ਹੁਣ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਹੋਰੀ ਉੱਧਰ ਜੋ ਹੈ ਉਹਨਾਂ ਦੇ ਪਾਕਿਸਤਾਨ ਦੇ ਨਾਲ ਸੰਬੰਧ ਨੇ। ਤੇ ਕੀ ਉਹਦੇ ਵਿੱਚ ਪ੍ਰੋਬਲਮ ਹੈ? ਉੱਧਰ ਅਗਰ ਇਮਰਾਨ ਖਾਨ ਸਾਹਿਬ ਜੋ ਪ੍ਰਧਾਨ ਮੰਤਰੀ ਨੇ, ਨਵਜੋਤ ਸਿੰਘ ਸਿੱਧੂ ਜੀ, ਉਹ ਆਪਸ ਵਿੱਚ ਇਕੱਠੇ ਕ੍ਰਿਕਟ ਖੇਡਦੇ ਰਹੇ ਨੇ। ਉਹਨਾਂ ਨੇ ਕਰਤਾਰਪੁਰ ਦਾ ਲਾਂਘਾ ਜੋ ਤਿਆਰ ਕਰਵਾਇਆ, ਦੋਸਤੀ ਮਿੱਤਰਤਾ ਹੈ। ਜਦੋਂ ਕਹਿੰਦੇ ਆ ਕਿ ਆਪਣੇ ਘਰ ਸ਼ੀਸ਼ੇ ਦੇ ਹੋਣ ਤੇ ਦੂਜਿਆਂ ਦੇ ਪੱਥਰ ਨਹੀਂ ਮਾਰੀਦੇ, ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਉਹਨਾਂ ਦੇ ਤੇ ਜੇ ਜਾਇਜ਼ ਸੰਬੰਧ ਨੇ, ਤੁਹਾਡੇ ਅਰੂਸਾ ਆਲਮ ਸਾਹਿਬ ਦੇ ਨਾਲ ਕੁਝ ਨਾਜਾਇਜ਼ ਸੰਬੰਧ ਨੇ। ਇਸ ਦੇ ਬਾਰੇ ਕਦੀ ਤੁਸੀਂ ਸੋਚਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ? ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਤੁਹਾਡੀ ਵਾਈਫ ਕਿਸ ਤਰ੍ਹਾਂ ਇਹ ਸਾਰੇ ਰਿਲੇਸ਼ਨ ਟੋਲਰੇਟ ਕਰ ਰਹੀ ਹੈ। ਦੇਖੋ, ਪੋਲੀਟੀਸਾਈਜ਼ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਉਹ ਇਸ ਤਰ੍ਹਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ। ਲੇਕਿਨ ਜੋ ਹੋਇਆ ਹੈ ਕਾਂਗਰਸ ਲਈ, ਪੰਜਾਬ ਲਈ, ਇਹ ਸ਼ਾਇਦ ਕੁਝ ਵਧੀਆ ਹੋਇਆ ਹੈ ਕਿ ਅੱਛਾ ਪ੍ਰਧਾਨ ਮੰਤਰੀ ਗਾਂ ਜੋ ਚੀਫ ਮਿਨਿਸਟਰ ਸਾਨੂੰ ਮਿਲਣ ਜਾ ਰਿਹਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਦੀ, ਸਾਡੇ ਇੰਡੀਆ ਦੇ। ਦੋਸਤੋ, ਗੁਜਰਾਤ ਦੀ ਪੋਰਟ ਤੋਂ, ਸੀ ਪੋਰਟ ਤੋਂ ਕਹਿੰਦੇ ਨੇ ਕਿ 21,000 ਕਰੋੜ ਰੁਪਏ ਦੀ ਡਰੱਗ ਫੜੀ ਗਈ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਪੋਰਟਸ, ਆਪਣੀਆਂ ਨੈਸ਼ਨਲ ਰੇਲਵੇ, ਏਅਰਪੋਰਟ ਉੱਥੇ ਦੇ ਉਹਨਾਂ ਨੇ ਅੰਬਾਨੀ ਅਡਾਨੀ ਉਹਨਾਂ ਦੇ ਹਵਾਲੇ ਕਰਤੇ। ਇਹ ਅਡਾਨੀ ਉਹਨਾਂ ਨੂੰ ਦਿੱਤੀ ਹੋਈ ਪੋਰਟ ਸੀ। ਇੱਥੋਂ ਡਰੱਗ ਇਹ ਪਕੜੀ ਗਈ ਹੈ। ਇਹ ਕੋਈ ਚੰਗਾ ਆਫੀਸਰ ਆਇਆ ਜਿਸ ਨੇ ਉਹ ਡਰੱਗ ਪਕੜ ਕੇ ਉਸ ਦਾ ਰੌਲਾ ਪਾ ਦਿੱਤਾ। ਤੇ ਕਈ ਉੱਥੇ ਇਸ ਵੇਲੇ ਕਿੰਨੇ ਬੰਦੇ ਇਹੋ ਜਿਹੇ ਲੱਗੇ ਹੋਣਗੇ ਜੋ ਪ੍ਰਧਾਨ ਮੰਤਰੀ ਸਾਹਿਬ ਦੇ, ਸਰਕਾਰ ਦੇ ਜਾਂ ਉਹਨਾਂ ਦੇ ਮਿੱਤਰਾਂ ਦੇ ਉਹ ਹੋਣਗੇ ਜਿਨ੍ਹਾਂ ਨੇ ਕਈ ਲੱਖ ਕਰੋੜ ਦੀ ਡਰੱਗ ਉੱਥੋਂ ਲੰਘਾਤੀ ਗਈ ਹੋਏਗੀ ਔਰ ਉਹਨਾਂ ਦੀ ਜੋ ਰੇਲਵੇ ਹੈ ਦਿੱਤੀ ਹੋਈ, ਉਹਦੇ ਰਾਹੀਂ ਉਹ ਸਾਰੇ ਦੇਸ਼ ਵਿੱਚ ਫੈਲੀ ਹੋਏਗੀ। ਕਿੰਨੇ ਨੌਜਵਾਨਾਂ ਦਾ ਬੇੜਾ ਗਰਕ ਹੋਣ ਜਾ ਰਿਹਾ ਹੈ ਇਸ ਦੇ ਨਾਲ। ਕੀ ਆਪਾਂ ਸੋਚ ਸਕਦੇ ਹਾਂ ਕਿ ਸਾਡੇ ਪ੍ਰੈਜ਼ੈਂਟ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕਿਸ ਪਾਸੇ ਨੂੰ ਦੇਸ਼ ਨੂੰ ਲੈ ਕੇ ਜਾ ਰਹੇ ਨੇ? ਸੋਚ ਕੇ ਰੂਹ ਕੰਬਦੀ ਹੈ। ਜਿਹੜੇ ਲੋਕ ਅੱਜ ਵੀ ਬਲਾਈਂਡ ਫੋਲੋਅਰ ਬਣੇ ਹੋਏ ਨੇ, ਉਹ ਆਪਣੀ ਆਤਮਾ ਨੂੰ ਜਿਹੜਾ ਝੰਜੋੜਨ ਔਰ ਇਸ ਗੱਲ ਦਾ ਕੂਲਲੀ ਉਹ ਜਵਾਬ ਦੇਣ, ਆਪਣੀ ਆਤਮਾ ਤੋਂ ਮੰਗਣ ਤੇ ਉਹ ਇਸ ਦੇ ਉੱਤੇ ਵਿਚਾਰ ਕਰਨ। ਆਓ ਆਪਾਂ ਆਪਣੇ ਦੇਸ਼ ਨੂੰ, ਭਾਰਤ ਨੂੰ ਬਦਨਾਮ ਹੋਣ ਤੋਂ ਤੇ ਬਰਬਾਦ ਹੋਣ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਲਈਏ। ਹੱਥੋਂ ਗੱਲ ਨਿਕਲ ਗਈ ਤੇ ਸਾਡਾ ਦੇਸ਼ ਕਈ ਸਾਲ ਪਿੱਛੇ ਚਲਾ ਜਾਏਗਾ। ਪੇਸ਼ ਹੈ ਅੱਜ ਦਾ ਇੱਕ ਜੋਕ। ਮੈਨੂੰ ਕਿਸੇ ਨੇ ਜੋਕ ਭੇਜਿਆ, ਕਹਿੰਦੇ ਕਿ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੂੰ ਉਤਾਰ ਦਿੱਤਾ ਗਿਆ ਗੱਦੀ ਤੋਂ, ਹਾਈ ਕਮਾਂਡ ਨੇ ਕਿਹਾ, ਔਰ ਨਵੇਂ ਚੰਨੀ ਸਾਹਿਬ ਨੂੰ ਲਗਾ ਦਿੱਤਾ ਗਿਆ, ਤੇ ਉਹ ਅਰੂਸਾ ਆਲਮ ਜੋ ਉਹਨਾਂ ਦੀ ਫਰੈਂਡ ਹੈ, ਉਹ ਕਹਿੰਦੇ ਜੀ ਉਹਨਾਂ ਨੇ ਸ਼ਰਾਬ ਪੀ ਕੇ ਘਰ 'ਚ ਉਹਨਾਂ ਦੇ ਨਾਲ ਕਲੇਸ਼ ਪਾਇਆ ਹੋਇਆ। ਆ ਦੇਖ ਲਾ, ਤੇਰੇ ਪੇਕੇ ਜਿਹੜੇ ਆ ਉਹ ਸਿੱਧੂ ਦੀ ਮਦਦ ਕਰਦੇ ਪਏ ਆ। The best course for ESL, you betcha. East or West, Professor Verdi is the best. ਸਾਡਾ ਕੈਨੇਡਾ। ਦੋਸਤੋ, ਪਿਛਲੇ ਹਫਤੇ ਮੈਂ ਔਰ ਮੇਰੀ ਫੈਮਿਲੀ ਨੇ ਅਸੀਂ ਵੈਂਕੂਵਰ ਆਰਟ ਗੈਲਰੀ ਦਾ ਦੌਰਾ ਕੀਤਾ, ਜੋ ਕਿ ਮੈਂ ਕਈ ਸਾਲਾਂ ਤੋਂ ਸੋਚ ਰਿਹਾ ਸੀ ਕਿ ਮੈਂ ਉੱਥੇ ਜਾਵਾਂ। ਐਡਲਟ ਟਿਕਟ ਉੱਥੇ ਜੋ ਹੈ $24 ਦੀ ਹੈ। ਅਸੀਂ ਉੱਥੇ ਜਾ ਕੇ ਦੇਖਿਆ ਕਿ ਜੋ ਆਰਟ ਉੱਥੇ ਲੱਗਿਆ ਹੋਇਆ ਹੈ, ਅਸੀਂ ਇੰਡੀਆ ਤੋਂ ਆਏ ਹੋਏ ਹਾਂ ਜਾਂ ਅਸੀਂ ਆਪਣੇ ਪਾਕਿਸਤਾਨ ਜਾਂ ਕਹਿ ਲਓ ਅਸੀਂ ਆਪਣੇ ਏਸ਼ੀਆ ਵਿੱਚ ਇਹ ਚੀਜ਼ਾਂ ਬਹੁਤ ਕਾਮਨ ਦੇਖੀਆਂ ਹੋਈਆਂ ਨੇ।
ਲੇਕਿਨ ਉੱਥੇ ਪੁਰਾਣੇ ਟਾਈਮ ਦਾ ਆਰਟ ਜੋ ਲੋਕਾਂ ਨੇ ਕੀਤਾ ਹੋਇਆ ਉਹ ਉਸ ਨੂੰ ਉੱਥੇ ਡਿਸਪਲੇ ਕੀਤਾ ਹੋਇਆ ਹੈ। ਉਹਦੇ ਵਿੱਚ ਦੇਖੋ ਪਿਕਚਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਕਿੰਨੇ ਤਰ੍ਹਾਂ ਦਾ ਤੁਹਾਨੂੰ ਆਰਟ ਨਜ਼ਰ ਆ ਰਿਹਾ ਹੋਏ, ਕਈ ਬਟਨਾਂ ਦੇ ਨਾਲ ਕਈ ਚੀਜ਼ਾਂ ਬਣਾਈਆਂ ਹੋਈਆਂ ਨੇ। ਉਸ ਦੇ ਵਿੱਚ ਜੋ ਜੀਸਸ ਦੇ ਨਾਮ ਤੇ ਕ੍ਰਾਸ ਜੋ ਬਣਾ ਕੇ ਉਹਦੇ ਵਿੱਚ ਕਿੰਨੇ ਅੱਛੇ ਸਲੋਗਨ ਵੀ ਲਿਖੇ ਹੋਏ ਨੇ। ਐਮਿਲੀ ਕਾਰ ਹੋਣਾ ਦੀਆਂ ਕੁਝ ਪੇਂਟ ਕੀਤੀਆਂ ਹੋਈਆਂ ਜੋ ਅਸੀਂ ਪੇਂਟਿੰਗਸ ਉਹ ਵੀ ਦੇਖ ਕੇ ਆਏ ਹਾਂ। ਐਮਿਲੀ ਕਾਰ ਹੋਣਾ ਦਾ ਗਰੁੱਪ ਆਫ 7 ਇੱਕ 1920s ਦੇ ਵਿੱਚ ਵਰਲਡ ਵਾਰ 1 ਖਤਮ ਹੋਣ ਦੇ ਬਾਅਦ ਉੱਭਰਿਆ ਸੀ, ਜਿਨ੍ਹਾਂ ਦੀਆਂ ਕੀਤੀਆਂ ਹੋਈਆਂ ਰਗਡ ਪੇਂਟਿੰਗਸ ਜੋ ਨੇ ਉਹ ਪੂਰੇ ਕੈਨੇਡਾ ਦੇ ਵਿੱਚ ਵਿਕਦੀਆਂ ਨੇ, ਔਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਡਾ ਅੱਜ ਦਾ ਵਿਰਸਾ ਵੀ ਨੇ। ਅੱਜ ਦਾ ਇੱਕ ਹੋਰ ਜੋਕ, ਇੱਕ 25-26 ਸਾਲ ਦਾ ਮੁੰਡਾ ਕਿਤੇ ਕੱਪੜੇ ਧੋਣੇ ਪਾ ਰਿਹਾ ਸੀ, ਕਿਰਾਏ ਤੇ ਰਹਿੰਦਾ ਸੀ ਉਹ ਕਿਤੇ, ਤੇ ਗੁਆਂਢਣ ਨੇ ਉਹਨੂੰ ਕਹਿਤਾ, ਓਏ ਮੁੰਡਿਆ ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦਾ? ਤੇ ਮੁੰਡਾ ਕੁਝ ਸੋਚਿਆ, ਕਹਿੰਦਾ ਮੈਂ ਤਾਂ ਆਪਣੇ ਕੱਪੜੇ ਮਸੀਂ ਧੋਣਾ ਆ। ਨਾਮ ਜੀ ਬਿਰਦੀ ਖੈਰ ਮੰਗੇ, ਬਿਰਦੀ ਖੈਰ ਮੰਗੇ, ਬਿਰਦੀ ਖੈਰ ਮੰਗੇ, ਦਿਨ ਰਾਤ ਤੇਰੀ ਪਿੰਡ ਤੇਰਾ ਤੈਨੂੰ ਯਾਦ ਕਰਦਾ, ਤੇਰਾ ਤੈਨੂੰ ਯਾਦ ਕਰਦਾ। ਇੰਗਲਿਸ਼ ਇਜ਼ ਵੈਰੀ ਈਜ਼ੀ। ਦੋਸਤੋ ਅੱਜ ਤੁਹਾਨੂੰ ਅਸੀਂ ਆਪਣੀ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ ਬੁੱਕ ਜੋ ਹੈ ਮੇਰੀ ਲਿਖੀ ਹੋਈ, ਉਸ ਦੇ ਵਿੱਚੋਂ ਸੈਂਟੈਂਸ ਲੈ ਕੇ ਦੱਸਦੇ ਹਾਂ। ਲੋਕ ਕਹਿੰਦੇ ਹੁੰਦੇ ਇਸ ਚੀਜ਼ ਦੀ ਟਰਾਂਸਲੇਸ਼ਨ ਬਣਾ ਕੇ ਦਿਖਾਓ। ਮੈਂ ਸਟੂਡੈਂਟ ਨੂੰ ਕਹਿੰਦਾ ਹੁੰਦਾ ਸੀ ਹਮੇਸ਼ਾ, ਜਾਂ ਕਹਿੰਦਾ ਅੱਜ ਵੀ, ਕਿ ਤੁਸੀਂ ਕੋਈ ਵੀ ਪੰਜਾਬੀ ਦਾ ਮੇਰੇ ਕੋਲ ਸੈਂਟੈਂਸ ਲੈ ਕੇ ਆਓ, ਆਈ ਵਿਲ ਟਰਾਂਸਲੇਟ ਇਟ ਫॉर ਯੂ ਇਨਟੂ ਇੰਗਲਿਸ਼। ਮੈਨੂੰ ਸਟੂਡੈਂਟ ਕਹਿੰਦੇ ਅੱਛਾ ਸਰ ਆਦੇ ਦੱਸੋ ਤੁਸੀਂ ਚਵਾਨੀ ਘਸਦੀ ਗਈ। ਮੈਂ ਕਿਹਾ ਲਓ ਇਸ ਦੀ ਟਰਾਂਸਲੇਸ਼ਨ ਲਓ। The quarter was rendered useless after a good deal of wear and tear. चवानी rendered useless, वो बेकार होके रह गई। Was rendered useless after a good deal of wear and tear, और काफ़ी कसाई दे बाद कसदी उसकी वैल्यू ही खत्म हो गई। है ना ट्रांसलेशन कितनी ईजी? हर चीज़ की ट्रांसलेशन बनती है। तो कभी ये ना सोचा करो कि मैं पूछ लिया जी गोलगप्पे की अंग्रेजी दसो जी की होंगी, किसी को पता, ये तुसीं वड्डे नहीं होंदे। सीखण की कोशिश करो, जिंदगी सानू सिखाउणों कदी नहीं रुकदी। Today is one more joke. A person went to a restaurant for having some hamburger. He ordered his hamburger and waited for almost half an hour. When his hamburger didn't arrive, he called the waiter and very politely he asked, excuse me, will my hamburger be long? The waiter gently replied, no sir, hot dogs are long. Your hamburger will be round. ਮਨੀ ਮੈਟਰਸ। ਦੋਸਤੋ ਯਾਦ ਰੱਖੋ ਕਿ ਜੋ ਅਸੀਂ ਸੇਵਿੰਗਸ ਕਰਦੇ ਹਾਂ ਉਹ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਅਸੀਂ ਕਿੱਥੇ ਉਹ ਇਨਵੈਸਟਮੈਂਟ ਕਰਦੇ ਹਾਂ, ਕਿੱਥੇ ਉਹ ਸੇਵ ਕਰਦੇ ਹਾਂ। ਕੈਨੇਡੀਅਨ ਲੋਕ ਜਿਹੜੇ ਨੇ ਇਹ ਸਟੈਟਸ ਦੱਸਦੇ ਨੇ ਕਿ 65 ਇਅਰਸ ਦੀ ਏਜ ਤੱਕ ਜਾਂਦੇ ਜਾਂਦੇ ਜੋ 91% ਨੇ ਉਹ ਬਰੋਕ ਹੋ ਚੁੱਕੇ ਹੁੰਦੇ ਨੇ। ਉਹ ਸਾਰੀ ਉਮਰ ਜੋ ਪੈਸਾ ਉਹਨਾਂ ਨੇ ਕਮਾਇਆ ਹੁੰਦਾ ਹੈ ਉਹ ਲਾ ਚੁੱਕੇ ਹੁੰਦੇ ਨੇ, ਤੇ 65 ਸਾਲ ਦੇ ਬਾਅਦ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਆਪਣੇ ਆਪ ਨੂੰ ਸਪੋਰਟ ਕਰਨ ਦੇ ਵਾਸਤੇ। ਸੇਵਿੰਗਸ ਆਪਾਂ ਯਾਦ ਕਰੀਏ, ਜੋ ਲੋਕ ਆਪਾਂ ਬਾਹਰਲੇ ਕੰਟਰੀਆਂ ਤੋਂ ਆਏ ਹੋਏ ਹਾਂ, ਮੋਸਟ ਜਿਹੜੇ ਸਾਡੇ ਪੇਰੈਂਟਸ ਸੀਗੇ ਉਹ ਉਹਨਾਂ ਦੇ ਵਿੱਚੋਂ ਲੋਕ ਸਾਰੇ ਆਪਣੇ ਮੰਮੀ ਪਾਪਾ ਹੋਣੀ ਸੇਵਿੰਗ ਕਰਦੇ ਸੀ ਕਿਤੇ ਨਾ ਕਿਤੇ ਰੈਕਰਿੰਗ ਅਕਾਊਂਟ ਦੇ ਵਿੱਚ, ਤਾਂ ਕਿ ਉਹ ਬਚਤਾਂ ਕੀਤੀਆਂ, ਛੋਟੀਆਂ ਬਚਤਾਂ ਵੀ ਗਾਂਹ ਜਾ ਕੇ ਕਿਤੇ ਕੰਮ ਆਉਂਦੀਆਂ ਨੇ। ਕੈਨੇਡੀਅਨ ਲੋਕਾਂ ਨੂੰ ਬਚਤ ਕਰਨ ਦਾ ਕੋਈ ਇੱਥੇ ਇਹਨਾਂ ਵਿੱਚ ਜ਼ਿਆਦਾ ਰਿਵਾਜ ਨਹੀਂ ਹੈ। ਮੋਸਟ ਪੀਪਲ ਜਿਹੜੇ ਨੇ ਕੈਨੇਡੀਅਨਸ, ਇਸ ਲਈ ਕਿਉਂ ਜੋ ਪੈਸਾ ਕਮਾਉਂਦੇ ਨੇ ਖਰਚਣ ਦੀਆਂ ਬੜੀਆਂ ਜਗ੍ਹਾ ਨੇ, ਕਿਉਂਕਿ ਇੱਥੇ ਇੱਕ ਐਵਰੇਜ ਕਾਰ ਤੋਂ ਲੈ ਕੇ ਤੁਸੀਂ 10 15 20 ਹਜ਼ਾਰ ਦੀ ਕਾਰ ਤੋਂ ਲੈ ਕੇ ਜਾਂ ਯੂਜ਼ ਭਾਵੇਂ 4-5 ਹਜ਼ਾਰ ਦੀ ਵੀ ਲੈ ਲਓ, 3-3 4-4 ਲੱਖ ਜਾਂ ਮਿਲੀਅਨ ਡਾਲਰ ਦੀਆਂ ਕਾਰਾਂ ਵੀ ਤੁਸੀਂ ਚਾਹੋ ਤੇ ਲੈ ਸਕਦੇ ਹੋ, ਯੂਜ਼ ਕਾਰਾਂ ਲੈ ਸਕਦੇ ਹੋ ਤੇ ਸ਼ੋਅ ਦਿਖਾ ਸਕਦੇ ਹੋ ਆਪਣੀ। ਲੇਕਿਨ ਜੇ ਤੁਸੀਂ ਪੈਸੇ ਆਪਣੇ ਸੇਵ ਕਰਨਾ ਸਿੱਖਦੇ ਹੋ, ਜਿਹੜੇ ਕਿ ਗਾਂ ਗਰੋ ਕਰਦੇ ਆ, ਉਹ ਤੁਹਾਨੂੰ ਰਿਟਾਇਰਮੈਂਟ ਦੇ ਟਾਈਮ ਤੇ ਕੰਮ ਆਉਂਦੇ ਨੇ। ਔਰ ਇਹ ਐਜੂਕੇਸ਼ਨ ਗ੍ਰੇਡ 12 ਤੋਂ ਜਾਂ ਉਸ ਤੋਂ ਪਹਿਲਾਂ ਹੀ ਬੱਚੇ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ। ਜੋ ਸੇਵਿੰਗ ਅਸੀਂ ਬੈਂਕਾਂ ਵਿੱਚ ਕਰਦੇ ਹਾਂ, ਯਾਦ ਰੱਖੋ ਉਹ ਜਿਹੜੀ ਸੇਵਿੰਗ ਅਕਾਊਂਟ 'ਚ ਜਿੰਨਾ ਉੱਤੇ ਵਿਆਜ ਮਿਲਦਾ ਹੈ ਉਹ ਸਾਰਾ ਟੈਕਸੇਬਲ ਹੈ। ਜੋ ਅਸੀਂ ਕਿਤੇ ਮਿਊਚੁਅਲ ਫੰਡ ਵਿੱਚ ਲਗਾਉਂਦੇ ਹਾਂ ਜਾਂ ਜਿੱਥੋਂ ਕੈਪੀਟਲ ਗੇਨ ਹੁੰਦੇ ਨੇ,
ਉਹ ਅੱਜ ਦੀ ਡੇਟ ਵਿੱਚ 50% ਜਿਹੜੇ ਨੇ ਟੈਕਸੀਬਲ ਨੇ ਤੇ ਬਾਕੀ 50% ਜੇ ਫ੍ਰੀ ਹੋ ਜਾਂਦੇ ਨੇ। ਯਾਨੀ ਕਿ ਜੇ $1,00,000 ਦਾ ਪ੍ਰੋਫਿਟ ਹੋਇਆ 50,000 ਪੂਰਾ ਦਾ ਪੂਰਾ ਮਿਲ ਜਾਣਾ ਤੇ ਬਾਕੀ ਦੇ 50,000 ਦੇ ਉੱਤੇ ਟੈਕਸ ਲੱਗੇਗਾ। ਤੇ ਜਿਹੜੀ ਇਨਵੈਸਟਮੈਂਟ ਇੰਸ਼ੋਰੈਂਸ ਦੇ ਅੰਬਰੇਲਾ ਦੇ ਅੰਡਰ ਹੁੰਦੀ ਹੈ, ਬੜਿਆਂ ਨੂੰ ਇਹ ਚੀਜ਼ ਪਤਾ ਹੀ ਨਹੀਂ ਹੈ ਔਰ ਸਮਝ ਹੀ ਨਹੀਂ ਹੈ। ਇਹ ਸਿੱਖਣ ਦੀ ਬਹੁਤ ਲੋੜ ਹੈ। ਆਪਣੇ ਜੋ ਲਾਈਫ ਲਾਇਸੈਂਸਡ ਏਜੰਟ ਨੇ, ਮੈਂ ਖੁਦ ਲਾਈਫ ਲਾਇਸੈਂਸਡ ਹਾਂ ਔਰ ਇਹ ਚੀਜ਼ ਮੈਨੂੰ ਕੈਨੇਡਾ ਨੇ ਸਭ ਤੋਂ ਵੱਡੀ ਨੌਲੇਜ ਦਿੱਤੀ, ਜਿਹੜੀ ਇੰਡੀਆ ਵਿੱਚ ਜਦੋਂ ਮੈਂ ਸੀ ਮੈਂ ਇਸ ਦੇ ਨੇੜੇ ਨੂੰ ਵੀ ਨਹੀਂ ਸੀ ਲੱਗਿਆ ਹੋਇਆ, ਮੈਨੂੰ ਕੁਝ ਨਹੀਂ ਸੀ ਇਸ ਦੇ ਬਾਰੇ ਪਤਾ। ਤੋ ਇਹ ਜੋ ਤੁਹਾਡੇ ਪੈਸੇ ਗਰੋ ਕਰਦੇ ਨੇ, ਇਹਦੇ ਵਿੱਚ ਵਿਆਜ ਵੀ ਤੁਹਾਨੂੰ ਕਰੀਬ 8 ਤੋਂ 10% ਮਿਲਦਾ ਹੈ ਲੌਂਗ ਟਰਮ ਦੇ ਵਿੱਚ, ਔਰ ਇਸ ਦੇ ਵਿੱਚ ਟੈਕਸ ਵੀ ਕੋਈ ਨਹੀਂ ਲੱਗਦਾ। ਹੈ ਨਾ ਕਿੰਨੀ ਇੰਟਰਸਟਿੰਗ ਚੀਜ਼। ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰੋ। ਜਿੱਥੋਂ ਵੀ ਤੁਹਾਨੂੰ ਇਹ ਮਿਲਦੀ ਹੈ, ਇਹ ਤੁਹਾਡੇ ਗਾਂਹ ਚੱਲ ਕੇ ਫਿਊਚਰ ਵਿੱਚ ਬਹੁਤ ਕੰਮ ਆਏਗੀ। ਆਪਣਾ ਬਿਰਦ ਸੰਭਾਲੇ ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਗੁਰਬਾਣੀ ਵਿੱਚ ਆਉਂਦਾ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। All the kings in this world feel miserable. Only those who meditate on the name of Lord feel happy and satisfied. ਜਿੰਨੇ ਮਰਜ਼ੀ ਰਾਜੇ ਹੋਣ, ਉਹਨਾਂ ਕੋ ਜਿੰਨਾ ਮਰਜ਼ੀ ਧਨ ਦੌਲਤ ਹੋਏ, ਉਹਨਾਂ ਦੇ ਸਿਰ ਤੇ ਜੋ ਤਾਜ ਹੈ ਉਹ ਕੰਡਿਆਂ ਦਾ ਤਾਜ ਹੈ ਜੀ। ਉਨੀਆਂ ਹੀ ਜ਼ਿੰਮੇਵਾਰੀਆਂ ਜ਼ਿਆਦਾ ਨੇ ਜੀ। ਬਿਲਕੁਲ। ਇਸ ਗੱਲ ਸਾਨੂੰ ਇਸ ਲਈ ਸਮਝਾਈ ਗਈ ਹੈ ਕਿ ਜਦੋਂ ਜੇ ਅਸੀਂ ਗਰੀਬੀ 'ਚ ਜਨਮੇ ਆ ਜਾਂ ਸਾਡੇ ਕੋਲ ਚੀਜ਼ਾਂ ਨਹੀਂ ਹਨ, ਅਸੀਂ ਕਿਸੇ ਦੀਆਂ ਚੀਜ਼ਾਂ ਦੇਖ ਦੇਖ ਕੇ ਰਣਜੀਤ ਜੀ ਪਰੇਸ਼ਾਨ ਹੁੰਦੇ ਰਹਿੰਦੇ ਆ। ਹਾਏ ਆ ਤਾਂ ਬੜੀ ਐਸ਼ ਕਰਦੇ ਹੋਣੇ। ਬਿਲਕੁਲ। ਹੈ ਨਾ, ਕਿੱਦਾਂ ਇਹ ਇਹਨਾਂ ਦੇ ਕੋਲ ਸਭ ਕੁਝ ਰੱਬ ਨੇ ਦਿੱਤਾ ਹੋਇਆ ਆ, ਮੇਰੇ ਕੋਲ ਆ ਹੈ ਨਹੀਂ ਤੇ ਮੇਰੇ ਕੋਲ ਉਹ ਹੈ ਨਹੀਂ। ਨਾਨਕ ਦੁਖੀਆ ਸਭ ਸੰਸਾਰ, ਇਹ ਗੱਲ ਅਟੱਲ ਹੈ। ਕਿਸੇ ਵੀ ਬੰਦੇ ਨੂੰ ਤੁਸੀਂ ਪੁੱਛ ਕੇ ਦੇਖ ਲਓ, ਉਹ ਆਪਣੇ ਹਾਲਾਤਾਂ ਦਾ ਗੁਲਾਮ ਹੈ। ਜਿੱਥੇ ਵੀ ਉਹ ਬੈਠਾ ਹੈ, ਉਹ ਫਸਿਆ ਬੈਠਾ ਹੈ ਤੇ ਫਰਸਟ੍ਰੇਸ਼ਨ ਜਿਹੜੀ ਹੈ ਉਹ ਅੱਤ ਹੈ, ਪੀਕ ਤੇ ਹੈ ਤੇ ਉਹ ਜਾਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਚਾਹੇ ਕੋਈ ਵੀ ਹੈ। ਸੁਖੀ ਕੌਣ ਹੈ? ਜੋ ਪਰਮਾਤਮਾ ਦਾ ਨਾਮ ਜਪਦਾ ਹੈ ਜੀ। ਬਿਲਕੁਲ। ਹੁਣ ਉਹ ਕਹਿਣਾ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਰਾਮ ਰਾਮ ਕਰੀ ਜਾਓ, ਇਹਨਾਂ ਮੈਂ ਸੁਖੀ ਹੋ ਰਿਹਾ ਹਾਂ। ਨਹੀਂ, ਇਕੱਲੀ ਇਹ ਗੱਲ ਨਹੀਂ। ਨਾਮ ਜਪਣ ਦਾ ਮਤਲਬ ਹੈ ਕਿ ਅਸੀਂ ਜੋ ਗੁਰਬਾਣੀ ਵਿੱਚ ਪੜ੍ਹਦੇ ਹਾਂ ਉਹਦੇ ਬਾਅਦ ਉਸ ਦੀਆਂ ਫੀਲਿੰਗਸ ਦਿਲ 'ਚ ਡਿਵੈਲਪ ਕਰੀਏ ਕਿ ਪਰਮਾਤਮਾ ਮੇਰੇ ਕੋਲ ਇੰਨਾ ਕੁਝ ਦਿੱਤਾ ਹੋਇਆ, ਹਰ ਇਨਸਾਨ ਜਿੱਥੇ ਵੀ ਬੈਠਾ ਉਹ ਦੁਖੀ ਹੈ ਜੀ। ਐਗਜ਼ਾਮਪਲ ਲਓ ਕਿ ਇੱਕ ਬੰਦਾ ਕੋਈ ਕਾਰ ਲੈ ਕੇ ਲੰਘਦਾ ਹੈ ਜੀ, ਨਵੀਂ ਮਰਸੀਡੀਜ਼ ਉਹ ਕਢਵਾ ਲੈਂਦਾ ਵੱਡੀ ਕੋਈ ਹੈ, ਤੇ ਸਾਨੂੰ ਲੱਗਦਾ ਲੈ ਵੀ ਇਹਦਾ 2 ਲੱਖ ਦੀ ਲੈ ਆਇਆ, ਰੇਂਜ ਰੋਵਰ ਕਢਵਾ ਲਈ ਜੀ 1.5-2 ਲੱਖ ਦੀ ਇਹ ਤਾਂ ਗੱਡੀ ਲੈ ਆਇਆ। ਤੁਹਾਨੂੰ ਕੀ ਪਤਾ ਕਿ ਉਸ ਦੀ ਜੋ ਮਹੀਨੇ ਦੀ ਇੰਸ਼ੋਰੈਂਸ ਜਾ ਰਹੀ ਹੈ ਔਰ ਕਿਸ਼ਤ ਕਿਵੇਂ ਭਰ ਰਿਹਾ ਹੈ, ਤਾਂ ਆਪਣੀ ਝੂਠੀ ਹੈਂਕੜ ਦਿਖਾਉਣ ਲਈ ਉਹ ਕਰ ਰਿਹਾ ਹੈ ਕਿ ਉਹ ਵਾਕਈ ਅਫੋਰਡ ਕਰਨ ਲਾਇਕ ਹੈਗਾ ਹੈ। ਉਹਨੂੰ ਆਪਣੀ $4,000 ਤੋਂ $5,000 ਮਹੀਨੇ ਦੀ ਹੋ ਸਕਦਾ ਕਿਸ਼ਤ ਦੇਣੀ ਪੈ ਰਹੀ ਹੋਏ। ਉਹਦੀ $4,000-5,000 ਹੋ ਸਕਦਾ ਇੰਸ਼ੋਰੈਂਸ ਵੀ ਹੋਵੇ ਜੇ ਉਹ ਨਵਾਂ ਡਰਾਈਵਰ ਹੋਵੇ, ਡਿਸਕਾਊਂਟ ਮਿਲਿਆ ਹੋਊਗਾ ਜੇ ਉਹ 올ਡ ਡਰਾਈਵਰ ਹੈ। ਉਨੀ ਜਿੰਨੀ ਗੱਡੀ ਮਹਿੰਗੀ ਹੈ ਉਨੀ ਹੀ ਜਿਹੜੀ ਉਹਦੀ ਇੰਸ਼ੋਰੈਂਸ ਮਹਿੰਗੀ ਹੁੰਦੀ ਹੈ। ਤੇ ਉਹ ਕਿਸੇ ਵੇਲੇ ਇਹ ਵੀ ਸੋਚਦਾ ਹੋਏਗਾ ਹੋ ਸਕਦਾ ਕਿ ਇੰਨੇ ਬੰਦੇ ਜਿੰਨੀ ਮੈਂ ਇੰਸ਼ੋਰੈਂਸ ਦਿੰਦਾ, ਇੰਨੇ ਵਿੱਚ ਇੱਕ ਫੈਮਿਲੀ ਜਿਹੜੀ ਆ ਆਪਣਾ ਮਹੀਨੇ ਦਾ ਗੁਜ਼ਾਰਾ ਕਰ ਲੈਂਦੀ ਹੈ। ਅਸੀਂ ਕਿਸੇ ਦੇ ਦੁੱਖ ਜਿਹੜੇ ਆ ਉਹ ਨਹੀਂ ਦੇਖ ਸਕਦੇ, ਲੇਕਿਨ ਕਿਸੇ ਨੂੰ ਹੱਸਦਾ ਵੇਖ ਕੇ, ਕਿਸੇ ਨੂੰ ਵੱਡੀਆਂ ਮਤਲਬ ਕਹਿ ਲਓ ਲਗਜ਼ੂਰੀਅਸ ਚੀਜ਼ਾਂ ਇੰਜੋਏ ਕਰਦਾ ਦੇਖ ਕੇ ਜੇ ਅਸੀਂ ਸੋਚਦੇ ਹਾਂ ਕਿ ਜਿਵੇਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ, ਜੇ ਅਸੀਂ ਸੋਚਦੇ ਹੋ ਸੁਖੀ ਹੈ, ਤੇ ਗੁਰਬਾਣੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਨਹੀਂ, ਉਹਦੇ ਉੱਤੇ ਪਤਾ ਨਹੀਂ ਕਿੰਨੀਆਂ ਕੁ ਪਰੇਸ਼ਾਨੀਆਂ ਨੇ। ਉਹ ਗੱਡੀ ਜਿਹੜੀ ਲੈ ਕੇ ਬੈਠਾ ਹੋਇਆ, ਪਤਾ ਨਹੀਂ ਉਹ ਆਪਣੇ ਹੋਰ ਦਾ ਬਿਜ਼ਨਸ ਲੈਣ ਲਈ ਲੋਕਾਂ ਨੂੰ ਦਿਖਾਉਣ ਲਈ ਕੀ ਕੀ ਕਰ ਰਿਹਾ। ਤੇ ਇਸ ਲਈ ਉਹਨਾਂ ਵੱਲ ਦੇਖ ਕੇ ਤੁਸੀਂ ਪਰੇਸ਼ਾਨ ਨਾ ਹੋਵੋ। ਅਸੀਂ ਇਹੋ ਹੀ ਚੀਜ਼ ਬਾਰ-ਬਾਰ ਗੁਰਬਾਣੀ ਪੜ੍ਹਨੀ ਹੈ, ਕਿਉਂਕਿ ਮਨ ਸਾਡਾ ਅੱਜ ਜੇ ਸਮਝਿਆ ਇਹਨੇ ਫਿਰ ਝੱਟ ਨੂੰ ਭੁੱਲ ਜਾਣਾ। ਇਹਨੂੰ ਚੰਗੀਆਂ ਗੱਲਾਂ ਸਮਝਾਉਣੀਆਂ ਪੈਂਦੀਆਂ, ਮਾੜੀਆਂ ਗੱਲਾਂ ਤੇ ਜਨਮ ਦੇ ਨਾਲ ਹੀ ਸਾਨੂੰ ਟ੍ਰੇਨਿੰਗ ਆ ਰਹੀ ਹੋਈ ਹੈ। ਤੇ ਰੋਜ਼ ਹੀ ਇਹਨੂੰ ਪੜ੍ਹਨਾ ਤੇ ਰੋਜ਼ ਹੀ ਸਮਝਾਉਣਾ, ਮਨ ਨੂੰ ਟਿਕਾ ਕੇ ਰੱਖਣਾ ਤੇ ਕਦੇ ਵੀ ਇਹ ਫੀਲ ਨਹੀਂ ਕਰਨਾ ਕਿ ਦੂਸਰਾ ਮੇਰੇ ਤੋਂ ਜ਼ਿਆਦਾ ਸੁਖੀ ਹੈ। ਤੁਸੀਂ ਮਨ ਨੂੰ ਜਿੱਥੇ ਠਹਿਰਾਵ ਲੈ ਆਂਦਾ, ਮਨ ਜੀਤੇ ਜਗਜੀਤ, ਉੱਥੇ ਹੀ ਤੁਹਾਡੀ ਸਾਰੀ ਦੁਨੀਆ ਤੁਹਾਡੇ ਨਾਲ ਜੋ ਵਸਦੀ ਹੈ ਉੱਥੇ ਹੀ ਸੁਖੀ ਹੋ ਸਕਦੀ ਹੈ। ਤੁਸੀਂ ਇੱਕ ਮੈਗਨੈਟਿਕ
ਕ੍ਰਿਸਮੈਟਿਕ ਪਰਸਨੈਲਿਟੀ ਬਣ ਸਕਦੇ ਹੋ, ਆਪਣਾ ਔਰਾ ਇੱਕ ਐਸਾ ਕ੍ਰੀਏਟ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਦਿਲ ਤੇ ਤੁਹਾਡੇ ਘਰ ਦਾ ਵਿਹੜਾ ਸਦਾ ਖੁਸ਼ੀਆਂ ਨਾਲ ਮਹਿਕਦਾ ਹੈ। ਜੇ ਅਸੀਂ ਇਹ ਗੱਲਾਂ ਜ਼ਿੰਦਗੀ 'ਚ ਅਪਣਾਉਂਦੇ ਹਾਂ ਤੇ ਫੇਰ ਹੀ ਸਾਡੇ ਤੇ ਤੁਹਾਡੇ ਦਿਲਾਂ ਦੇ ਘਰਾਂ ਦੇ ਵਿਹੜੇ ਖੁਸ਼ੀਆਂ ਦੇ ਨਾਲ ਸਦਾ ਮਹਿਕਦੇ ਰਹਿੰਦੇ ਨੇ। ਪੈਸੇ ਨੂੰ ਸਭ ਕਰਨ ਸਲਾਮਾ, ਬੰਦੇ ਦੀ ਕੋਈ ਔਕਾਤ ਨਹੀਂ, ਫਿਰਦੀ ਹੈ ਹੰਕਾਰੀ ਦੁਨੀਆ, ਰੱਬ ਕਿਸੇ ਨੂੰ ਯਾਦ ਨਹੀਂ, ਰੱਬ ਕਿਸੇ ਨੂੰ ਯਾਦ ਨਹੀਂ। ਉਮੀਦ ਕਰਦੇ ਹਾਂ ਕਿ ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਇਸ ਹਫ਼ਤੇ ਦਾ ਪ੍ਰੋਗਰਾਮ ਵੀ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਦਿੰਦੇ ਰਹਿਣਾ। ਹੁਣ ਮਿਲਦੇ ਹਾਂ ਜੀ ਅਗਲੇ ਹਫ਼ਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।